पूरा फैक्ट्रियां बहादुरगढ़ झज्जर जिला पैंदा। ਇੱਥੇ ਲੱਖਾਂ ਲੋਕ ਰਹਿੰਦੇ ਆ, ਇੱਥੇ ਬਹੁਤ ਜ਼ਿਆਦਾ ਇੰਡਸਟਰੀ ਆ, ਉਹਦੇ ਬਾਵਜੂਦ ਵੀ ਵੋਟਾਂ ਸਿਰਫ ਲੋਕਲ ਬੰਦਿਆਂ ਦੀਆਂ ਹੀ ਬਣਦੀਆਂ। ये जो बाहर के प्रवासी जो आदमी हैं, जैसे यूपी बिहार, जो अपने हरियाणा से बाहर के हैं, उनकी वोटें तो यहाँ समझो मुश्किल से 5-4% वोटें मुश्किल से होंगी, मुश्किल से। ਉਹ ਵੀ ਉਹਨਾਂ ਦੀਆਂ ਜਿਨ੍ਹਾਂ ਨੂੰ ਰਹਿੰਦਿਆਂ ਨੂੰ ਲੰਮਾ ਸਮਾਂ ਹੋ बिल्कुल उनको करीब करीब 25-30 साल हो चुके हैं, वो भी उन्हीं की वोटें हैं। और रहना जो 10-5 साल से हैं, उनकी किसी की वोटें नहीं हैं। ये जो इंडस्ट्री आपको दिखाई दे रही है 1955 में लगी हुई है, तब 60 से लेकर आप देखो करीब 55 के 65 साल हो चुके। यह इंडस्ट्री एरिया तब से आबाद है। और वोटें मुश्किल से अगर पूरे भादुड़ की आप लगाओगे तो 10-12 हज़ार वोटें इनकी मुश्किल से होंगी, जो भी लोकसभा विधानसभा में पंचायत में नहीं है। यहाँ सरपंच की हमारा जो गांव की जो टोटल आबादी है वो करीब 6,000 के आसपास है, और सरपंच की जो हमारी वोटें हैं वो करीब 3,500 के आसपास है। सरपंच में हमारे कोई वोट बाहर के आदमी की जो प्रवासी हैं ये कोई वोटें नहीं है। सब गांव के लोकल अपने जो गांव के बंदे हैं उन्हीं की वोट है, बाहर के आदमी की वोट नहीं है। सरपंच ਰਹਿ ਸਕਦੇ ਆ कि आराम ਨਾਲ ਕੰਮ रह रहे हैं, वो रह रहे हैं, अपना काम कर रहे हैं, ड्यूटी करो जाओ आओ अपना। कुछ बंदे यहाँ मकान बना के भी रह रहे हैं, लेकिन उनकी पंचायत में वोटें नहीं है। काम करके अपना जाओ, सुख से बसो, हमें कोई दिक्कत नहीं। यहाँ जो बाहर का बंदा आ रहा है, काम कर रहा है, वो किराए पे रह रहा है, वो 2 साल में 6 महीने में अपने गाँव भी जाता है, अपने वहाँ पे जो अपने परिवार को संभाल के फिर वापस आ जाता है, लेकिन अपनी वोटें सब कुछ उनके गांव में यहाँ पे नहीं है। ਵੀ ਸਾਡੇ ਕੋਲੇ ਆਲਰੇਡੀ ਮਾਡਲ ਹੈਗੇ ਆ, ਜਿਸ ਕਾਨੂੰਨ ਦੇ ਵਿੱਚ ਲੋਕਲ ਲੋਕਾਂ ਨੂੰ ਤਰਜੀਹ ਮਿਲੇ ਤੇ ਕਿਹਾ ਜਾਵੇ ਵੀ ਭਾਈ ਜਿਹੜਾ ਇੰਨੀ ਦੇਰ ਰਹੂਗਾ ਉਸੇ ਦੀ ਵੋਟ ਬਣੂਗੀ। ਇਹਦੀ ਮੰਗ ਕਰਨਾ ਨਾ ਤਾਂ ਇਲੀਗਲ ਹੈ, ਜੇ ਇਲੀਗਲ ਆ ਤਾਂ ਫਿਰ ਰਾਜਸਥਾਨ ਨੇ ਕਿਉਂ ਬਣਾਇਆ, ਉੱਤਰਾਖੰਡ ਨੇ ਕਿਉਂ ਬਣਾਇਆ, ਹਿਮਾਚਲ ਨੇ ਕਿਉਂ ਬਣਾਇਆ? ਜੇ ਇਲੀਗਲ ਆ ਤਾਂ, ਜੇ ਅਨੈਤਿਕ ਆ ਕੋਈ, ਜੇ ਮੈਨੂੰ ਐਂ ਵੀ ਕਹਿੰਦਾ ਨਾ ਇਹ ਅਨੈਤਿਕ ਆ, ਇਹਨੂੰ ਮੰਨਣਾ ਬਹੁਤ ਜ਼ਿਆਦਾ ਗਲਤ ਹੈ, ਤੇ ਫਿਰ ਵੀਰੇ ਇੱਥੇ ਲੋਕ ਕਿਵੇਂ ਆਰਾਮ ਨਾਲ ਰਹਿ ਰਹੇ ਆ ਸਾਰੇ? ਜੇ ਇੰਨਾ ਹੀ ਨੈਤਿਕ ਹੋਵੇ ਤਾਂ ਖਤਮ ਹੋ ਜੇ। ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ। ਹੁਸ਼ਿਆਰਪੁਰ ਦੇ ਵਿੱਚ ਉਸ ਬੱਚੇ ਦੇ ਨਾਲ ਜੋ ਵੀ ਹੋਇਆ ਉਹ ਆਪਣੇ ਆਪ ਦੇ ਵਿੱਚ ਸਾਡੇ ਸਾਰੇ ਸਮਾਜ ਦੇ ਲਈ ਸ਼ਰਮਸਾਰ ਕਰਨ ਵਾਲੀ ਘਟਨਾ ਸੀ। ਇਸ ਤੋਂ ਮਾੜਾ ਕੀ ਹੋ ਸਕਦਾ? ਪਰ ਮੈਂ ਉਹ ਤੋਂ ਬਾਅਦ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਉਹਨੂੰ ਲੈ ਕੇ ਵੱਧ ਚਿੰਤਤ ਹਾਂ। ਇਸ ਗੱਲ ਨੂੰ ਅਸੀਂ ਕਿਸੇ ਚੰਗੇ ਹੱਲ ਵੱਲ ਵੀ ਲੈ ਕੇ ਜਾ ਸਕਦੇ ਹਾਂ, ਤੇ ਜਾਂ ਫਿਰ ਆਪਸ ਦੇ ਵਿੱਚ ਭਾਈਚਾਰਿਆਂ ਦੇ ਵਿਗਾੜ ਵੱਲ ਵੀ ਦੇਖ ਸਕਦੇ ਹਾਂ। ਮੈਂ ਬਿਲਕੁਲ ਖੁੱਲ੍ਹ ਕੇ ਕਹੂੰਗਾ ਕਿ ਕੋਈ ਇਹਨੂੰ ਹਿੰਦੂ ਸਿੱਖ ਵੀ ਬਣਾਉਣ ਦੀ ਕੋਸ਼ਿਸ਼ ਕਰੂਗਾ ਤੇ ਹੋਰ ਬਹੁਤ ਢੰਗਾਂ ਨਾਲ ਸੁਸਾਇਟੀ ਨੂੰ ਪਾੜਨ ਦੀ ਕੋਸ਼ਿਸ਼ ਵੀ ਕਰੂਗਾ, ਪਰ ਇਹ ਮਸਲਾ ਗੰਭੀਰ ਆ। ਮੈਂ ਅੱਜ ਹਰਿਆਣੇ ਦੇ ਵਿੱਚ ਖੜਾ, ਇੱਕ ਪਿੰਡ ਦੇ ਵਿੱਚ ਜਿਹੜਾ ਬਿਲਕੁਲ ਦਿੱਲੀ ਆ ਬੈਕ ਸਾਈਡ ਤੇ ਇੱਧਰ ਦਿੱਲੀ ਰਹਿ ਜਾਂਦੀ ਹੈ, ਤੇ ਪੂਰਾ ਫੈਕਟਰੀਆਂ ਬਹਾਦੁਰਗੜ੍ਹ ਝੱਜਰ ਜ਼ਿਲ੍ਹਾ ਪੈਂਦਾ, ਉਹਦੇ ਪਿੰਡਾਂ ਦੇ ਵਿੱਚ ਖੜਾ। ਇੱਥੇ ਲੱਖਾਂ ਲੋਕ ਰਹਿੰਦੇ ਆ, ਇੱਥੇ ਬਹੁਤ ਜ਼ਿਆਦਾ ਇੰਡਸਟਰੀ ਆ, ਉਹਦੇ ਬਾਵਜੂਦ ਵੀ ਵੋਟਾਂ ਸਿਰਫ ਲੋਕਲ ਬੰਦਿਆਂ ਦੀਆਂ ਹੀ ਬਣਦੀਆਂ। ਉਹੀ ਸਿਆਸਤ ਦੇ ਵਿੱਚ ਤੇ ਫੈਸਲੇ ਲੈਣ ਦੇ ਵਿੱਚ ਡੋਮੀਨੇਟ ਕਰਦੇ ਆ, ਜਿਹੜਾ ਕਿ ਆਪਾਂ ਮੂਲ ਰੂਪ ਦੇ ਵਿੱਚ ਖੁਦ ਵੀ ਸਾਰੇ ਮੰਗ ਕਰ ਹੀ ਰਹੇ ਹਾਂ। ਕਿਉਂਕਿ ਬੜਾ ਜ਼ਰੂਰੀ ਆ ਯਾਰ, ਕਿਸੇ ਥਾਂ ਦੇ ਉੱਤੇ ਅਸੀਂ ਰਹਿਣਾ, ਉੱਥੇ ਇੰਡਸਟਰੀ ਵੀ ਹੋਊਗੀ, ਇੰਡਸਟਰੀ 'ਚ ਕੰਮ ਕਰਨ ਵਾਲੇ ਵੀ ਆਉਣਗੇ, ਤੇ ਆਉਣਾ ਜੀ ਸਦਕੇ ਆਉਣ, ਇੱਥੇ ਵੀ ਲੋਕ ਆਉਂਦੇ ਆ, ਪਰ ਫੈਸਲੇ ਲੈਣ ਦਾ ਅਧਿਕਾਰ ਤਾਂ ਉਹਨਾਂ ਲੋਕਾਂ ਕੋਲ ਹੀ ਹੋਣਾ ਚਾਹੀਦਾ ਜਿਨ੍ਹਾਂ ਲੋਕਾਂ ਲਈ ਉਹ ਜ਼ਮੀਨ ਦੇ ਮਾਇਨੇ ਬਹੁਤ ਜ਼ਿਆਦਾ ਹੈ, ਜਿਨ੍ਹਾਂ ਲਈ ਉਹ ਸਿਰਫ ਇੱਕ ਕੋਈ ਆਰਜੀ ਚੀਜ਼ ਨਹੀਂ ਹੈਗੀ ਵੀ ਅੱਜ ਇਹ ਛੱਡ ਕੇ ਕਿਤੇ ਫਿਰ ਕੱਲ੍ਹ ਨੂੰ ਹੋਰ ਜਾ ਵੜਾਂਗੇ। ਮੇਰੇ ਨਾਲ ਪਿੰਡ ਦੇ ਲੋਕ ਵੀ, ਇਹਨਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। सत श्री अकाल। ਕੀ ਨਾਮ ਹੈ ਜੀ ਤੁਹਾਡਾ? मेरा नाम अशोक राठी, गांव परनाला, डिस्ट्रिक्ट झाज्जर, बहादुरगढ़, हरियाणा। ਪਹਿਲਾਂ ਤਾਂ ਮੈਂ ਇਹ ਵੀ ਦੱਸਦਾ ਵੀ ਰਾਠੀ ਸਾਹਿਬ ਵਰਗਿਆਂ ਨੇ ਉੱਥੇ ਜੋ ਕਿਸਾਨੀ ਅੰਦੋਲਨ ਵੇਲੇ ਵੀ ਆਪਣਾ ਇੱਕ ਪੱਕਾ ਮੋਰਚਾ ਲਾਇਆ ਹੋਇਆ ਸੀ। ਕਿਸਾਨੀ ਅੰਦੋਲਨ ਖਤਮ ਵੀ ਹੋਇਆ ਜਾਂ ਕਹ ਲਓ ਸਸਪੈਂਡ ਹੋਇਆ, पर इन्हों का हजे भी मोर्चा उत्थे लग्या वा, पक्के तौर पर लग्या जी? बिल्कुल अब भी लगा हुआ है। हमारा जो टेंट है आज भी वहीं टिकरी बॉर्डर सेक्टर 9 बाईपास के ऊपर आज भी है, और हमने ये कह के छोड़ के आए थे उसको, कल ना अगर दोबारा फिर ज़रूरत पड़ गई तो हम अपने टेंट को यो फिर आबाद कर देंगे।
ਅੱਛਾ, ਤੁਹਾਡੇ ਆਸੇ-ਪਾਸੇ ਦੇ ਏਰੀਏ, ਚਲੋ मैं ਪਿੰਡ ਦੀ ਵੀ ਨਹੀਂ ਗੱਲ ਕਰਾਂ, ਤੁਸੀਂ ਮੈਨੂੰ ਦੱਸਿਆ ਇੱਥੇ ਤਾਂ ਲੱਖਾਂ ਲੋਕ ਰਹਿੰਦੇ ਆ ਤੁਹਾਡੇ। हाँ बिल्कुल है कि ये बहादुरगढ़ जो इंडस्ट्री एरिया करीबन समझो यहाँ की टोटल आबादी करीब 3 और 4 लाख के आसपास आबादी हो चुकी होगी। ਲੋਕ ਰਹਿੰਦੇ ਆ ਜਿਹੜੇ। लोग रहते हैं ਠੀਕ ਹੈ। बिल्कुल। ਤੇ ਉਹਦੇ ਵਿੱਚ ਵੋਟਾਂ ਕਿੰਨੇ ਲੋਕਾਂ ਨੇ? वोटा तो ये जो बाहर के प्रवासी जो आदमी है जैसे यूपी बिहार जो अपने हरियाणा से बाहर के हैं उनकी वोटें तो यहाँ समझो मुश्किल से 5-4% वोटें मुश्किल से होंगे, मुश्किल से। ਠੀਕ ਹੈ। ਤੇ ਉਹ ਵੀ ਉਹਨਾਂ ਦੀਆਂ ਜਿਨ੍ਹਾਂ ਨੂੰ ਰਹਿੰਦਿਆਂ ਨੂੰ लंबा समा हो गया। बिल्कुल उनको करीब करीब 25-25 30-30 साल हो चुके हैं, वो भी उन्हीं की वोटें हैं। और रहना जो 10-5 साल से हैं उनकी किसी की वोटें नहीं है, वो कोई वोटें नहीं है उसकी। ਪਰ ਹੁਣ ਪੰਜਾਬ में ਤਾਂ बहुत पंजाबी समझ लोगे ना? मैं पंजाबी कम अच्छा ठीक है। तो पंजाब में मुझे स्ट्रगल करना पड़ेगा हिंदी के लिए। तो पंजाब में तो बहुत लोग ये मुद्दा उठाते हैं कि अगर बाहर से आए हुए जो लोग हैं, आप उनके लिए कुछ भी ऐसा कहोगे कि भाई अभी इनकी वोटों जो ज़्यादा देर रहेगा चलो उसकी वोट बना दो, जो अभी आया है उसमें थोड़ा सा टाइम ले लो, तो लोग बोलते हैं कि इंडस्ट्री पर बुरा असर पड़ेगा। आपके यहाँ तो इंडस्ट्री भी बहुत है, मैं देख ही रहा हूँ, पीछे भी एक इंडस्ट्री है, आपके यहाँ तो कोई उसका बुरा असर नहीं पड़ेगा? यहाँ करीब समझो 1900 ये जो इंडस्ट्री आपको दिखा दे रही है 1955 में लगी हुई है। 1955 दी लगी है। 55 में ये इसको जब उस टाइम अपना हरियाणा पंजाब एक हुआ करता और ये अपना प्रताप सिंह कैरो मुख्यमंत्री थे, उन्होंने ये ज़मीन को एक्वायरमेंट किया था। ये जो प्लांट 1960 में बन के स्टार्ट हो गया था काम, जिसमें प्रोडक्शन आ गया था 1960 में। तब से 60 से लेकर आप देखो करीब 55 के 65 साल हो चुके। यह इंडस्ट्री एरिया तब से आबाद है और वोटें मुश्किल से अगर पूरे बहादुरगढ़ की आप लगाओगे तो 10-12 हज़ार वोटें इनकी मुश्किल से होंगी, जो भी लोकसभा विधानसभा में पंचायत में नहीं है उसी में होंगी। ਇਹ ਗੱਲ ਤੁਹਾਨੂੰ ਤਾਂ ਹੀ ਸੁਣਾ ਰਹੇ ਆ ਵੀ ਇਹ ਗੱਲ ਉਹਨਾਂ ਲੋਕਾਂ ਨੂੰ ਜਵਾਬ ਆ ਜਿਹੜਾ ਪੰਜਾਬ ਦੇ ਇੱਕ ਬਹੁਤ ਸੀਰੀਅਸ ਮੁੱਦੇ ਨੂੰ ਕੋਈ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਆ ਯਾਰ। ਮੈਨੂੰ ਪਤਾ ਪੰਜਾਬ 'ਚ ਕੁਝ ਕੁ ਪਾਰਟੀਆਂ ਨੂੰ ਇਹ ਬਹੁਤ ਸੋਭਦਾ ਕਿ ਤਰੇੜਾਂ ਪੈਣ, ਪਰ ਯਾਰ ਤਰੇੜ ਪੈਣ ਦੀ ਗੱਲ ਨਹੀਂ ਹੈ। ਇਹ ਗੱਲ ਹੈ ਕਿ ਜਿਹੜੇ ਲੋਕ ਉੱਥੇ ਰਹਿੰਦੇ ਆ ਕੀ ਉਹਨਾਂ ਦੀ ਹੀ ਮੈਨੂੰ ਉਹਨਾਂ ਦਾ ਹੀ ਉੱਥੇ ਪ੍ਰਭਾਵ ਬਣਿਆ ਰਹੂਗਾ ਜਿਹੜਾ ਰਹਿਣਾ ਚਾਹੀਦਾ ਵੀ ਹੁੰਦਾ ਯਾਰ। ਹਰਿਆਣੇ ਦਾ ਕਲਚਰ ਆ ਇਹ ਜਿਹੜੇ ਸਾਂਭਿਆ ਹੋਇਆ ਲੋਕਾਂ ਨੇ ਯਾਰ, ਤੇ ਉਹਦੇ ਲਈ ਜ਼ਰੂਰੀ ਆ ਕਿ ਇਹ ਬੰਦੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਫੈਸਲੇ ਕਰਦੇ ਰਹਿਣ। ਆਪਦੀ ਹੀ ਥਾਂ ਦੇ ਉੱਤੇ ਘੱਟ ਗਿਣਤੀ ਬਣ ਕੇ ਰਹਿਣਾ ਬਹੁਤ ਜ਼ਰੂਰੀ ਹੈ। ਔਰ ਘੱਟ ਗਿਣਤੀ ਤੋਂ ਮੇਰਾ ਕਿਸੇ ਵੀ ਧਰਮ ਨਾਲ ਸੰਬੰਧ ਨਹੀਂ ਹੈ। ਮੈਂ ਫੇਰ ਕਹਿਣਾ, ਜੇ ਤੁਸੀਂ ਆਪਦੇ ਪਿੰਡ 'ਚ ਰਹਿੰਦੇ ਹੋ ਤੇ ਉੱਥੇ ਹੀ ਤੁਸੀਂ ਕੋਈ ਫੈਸਲਾ ਨਹੀਂ ਕਰ ਪਾਓਗੇ, ਫੈਸਲੇ ਕਿਸੇ ਹੋਰ ਦੇ ਹਿਸਾਬ ਨਾਲ ਹੋਣੇ ਆ, ਤੇ ਫਿਰ ਬਈ ਇਹ ਜਿਉਣਾ ਬਹੁਤ ਔਖਾ ਹੈ। ਤੇ ਜਿਹੜੀ ਗੱਲ ਸਵਾਲ ਸੀ ਇੰਡਸਟਰੀ ਦਾ ਹੋਰ ਆ, ਉਹ ਤੁਸੀਂ ਦੇਖ ਲਓ ਇੱਥੇ ਕਿ ਇੱਥੇ ਕਿਵੇਂ ਕੰਮ ਚੱਲਦਾ ਗਾ। सरपंची ਦੀਆਂ ਵੋਟਾਂ ਵੀ ਫਿਰ ਪੂਰੀਆਂ ਪੈਂਦੀਆਂ? यहाँ सरपंच की हमारा जो गांव की जो टोटल आबादी है वो करीब 6,000 के आसपास है और सरपंच की जो हमारी वोटें हैं वो करीब 3,500 के आसपास हैं। सरपंच में हमारे कोई वोट बाहर के आदमी की जो प्रवासी हैं ये कोई वोटें नहीं है। सब गांव के लोकल अपने जो गांव के बंदे हैं उन्हीं की वोट हैं, बाहर के आदमी की वोट नहीं है सरपंच। ਪਰ ਉਹ ਰਹਿ ਸਕਦੇ ਆ कि आराम ਨਾਲ ਕੰਮ? रह रहे हैं, वो रह रहे हैं, अपना काम कर रहे हैं, ड्यूटी करो जाओ वाओ अपना। कुछ बंदे हम मकान बना के भी रह रहे हैं लेकिन उनकी पंचायत में वोटें नहीं है। ਤੁਹਾਡਾ ਨਾਮ ਕੀ ਹੈ ਜੀ? मेरा नाम भूप सिंह जी। ਭੂਪ ਸਿੰਘ ਜੀ, हाँ जी, ਠੀਕ ਹੈ। ਤੁਸੀਂ ਵੀ ਇਸੇ ਪਿੰਡ ਦੇ ਹੋ? इसी पिंड के हैं, ਅੱਛਾ, ਇਸੇ गांव के ਆ। इसी गांव के हैं। ਠੀਕ ਆ। हाँ, ਤਾਂ ਜਿਵੇਂ ਉਹ ਕਹਿ ਰਹੇ ਆ ਕਿ ਔਰ ਸਹੀ ਵੀ ਹੈ ਕਿ ਜੋ ਲੋਕ ਆ ਜੋ ਇੱਥੋਂ ਦੇ ਪਹਿਲਾਂ ਤੋਂ ਰਹਿੰਦੇ ਆ ਉਹ ਤਾਂ ਰਹਿਣ ਨਾ, ਘੱਟੋ ਘੱਟ ਆਪ ਫੈਸਲੇ ਲੈ ਸਕਣ। ਸਹੀ वो मेरे आपकी भाषा समझ में नहीं आई। ਅਬ ਇਹਨਾਂ ਨਾਲ ਮੈਂ ਥੋੜਾ ਔਖਾ ਹੋ ਜੂ ਮੈਨੂੰ ਕਿ ਤੁਸੀਂ ਇਹਨਾਂ ਨੂੰ ਸਮਝਾਓ। भाई ये कह रहे हैं जो भाई वहाँ भाषा तो समझ लीजिए, अपने यहाँ के बारे में जैसे ये पूछ रहे हैं कि अपना जो वहाँ सिस्टम इनका वहाँ क्या हो रहा है। जो आदमी 5-4 साल से गया वो उसकी वहाँ जो पॉलिटिक्स वाली पार्टीबाजी हर जगह पे हर स्टेट में है, वो अपने अपने लालच के अंदर गांव में वो आदमी के जो बाहर के आदमी की वोटें बनवा रहे हैं। कोई किराएदार है या कोई बाहर से आया 10-20 दिन रहा उसकी भी वोटें बनवा रहे हैं। ये उस बारे में बात करना चाह रहे हैं। नहीं, यहाँ ऐसी कोई बात नहीं है। बहुत ही कम क्या होगा, सारे गांव में 5-6 परिवारों की वोट बनी होगी ना, तो नहीं किसी की नहीं वो भी बनती करीब इधर। जो 25-30-40 साल से रह रहे हैं बस उनकी वोट बनी है ना, तो और बाहर के आदमी की वोट बहुत कम है। ਮੈਂ ਫੇਰ ਤੁਹਾਨੂੰ ਦਿਖਾ ਵੀ ਦਿੰਨੇ ਆ, ਅਸੀਂ ਡਰੋਨ ਸ਼ਾਟ ਤੁਸੀਂ ਦੇਖ ਹੀ ਰਹੇ ਹੋ ਕਿ
ਸਭ ਤੋਂ ਵੱਡੇ ਇੰਡਸਟਰੀਅਲ ਏਰੀਆ ਦੀ ਗੱਲ ਆ, ਕਿੰਨੀ ਟੋਟਲ ਇੰਡਸਟਰੀ ਲੱਗੀ ਹੋਊਗੀ ਇੱਥੇ? करीब जो सरकार के अपने जो काउंटिंग में है वो कहते हैं 7,000, लेकिन ऑथराइज हैं वो हैं ये, अनऑथराइज भी हैं करीब 3-4 हज़ार फैक्ट्री, और भी करीब समझो 10,000 के तो ऊपर ऊपर ही फैक्ट्रियाँ यहाँ शहर के अंदर है। छोटा मोटा जो छोटे उद्योग हैं या बड़े उद्योग हैं वो लगा के। अच्छा, तो फिर बहुत ज़्यादा इंडस्ट्रियल, फुली इंडस्ट्रियल। बिल्कुल बिल्कुल। और आबादी में तभी तो कर रहा हूँ, अभी तो यहाँ समझो कुछ आदमी जैसे अभी दिल्ली हमारे नज़दीक पड़ता है, आदमी सुबह काम के लिए दिल्ली से आता है यहाँ पे और शाम को वापस दिल्ली निकल जाता। करीब 50-40 हज़ार आदमी तो दिल्ली वापस निकल जाता है यहाँ काम करके। ਮੈਂ ਇੱਕ ਹਰਿਆਣੇ ਵਾਲੇ ਭਰਾਵਾਂ ਦੀ ਹੋਰ ਵੀ ਇਹਨਾਂ ਦੀ ਸਿਫਤ ਕਰਾਂ, ਬਜ਼ੁਰਗਾਂ ਦੀ ਵੀ। ਆਪਣੇ ਪੰਜਾਬੀਆਂ 'ਚ ਇੱਕ ਨੁਕਸ ਹੈਗਾ ਵੀ ਥੋੜੇ ਜਿਹੇ ਕਿਸੇ ਕੋਲ ਪੈਸੇ ਆਏ ਤੇ ਉਹ ਜ਼ਿੰਦਗੀ ਬਿਲਕੁਲ ਐਂ ਹੀ ਜਿਉਣ ਲੱਗ ਜਾਂਦਾ, ਬਾਹਲੇ ਵੱਖਰੇ ਢੰਗ ਨਾਲ। ਸਾਰਿਆਂ ਤੇ ਨਹੀਂ, ਪਰ ਜ਼ਿਆਦਾਤਰ ਲੋਕ ਕਰਦੇ ਆ। ਇਹਨਾਂ ਦੀ ਇੱਕ ਖਾਸੀਅਤ ਤੁਸੀਂ ਬਾਈਆਂ ਦੀ ਦੇਖਿਓ ਕਿ ਪੈਸਾ ਜਿੰਨਾ ਮਰਜ਼ੀ ਆਵੇ, ਕੁਝ ਵੀ ਆ ਜਾਏ, ਪਰ ਇਹਨਾਂ ਲਈ ਹਮੇਸ਼ਾ ਆਪਦੇ ਸੰਸਕਾਰ ਵੱਡੇ ਰਹਿੰਦੇ ਆ ਤੇ ਇਹਨਾਂ ਦੇ ਜਿਉਣ ਦਾ ਢੰਗ ਨਹੀਂ ਬਦਲਦਾ। ਹਜੇ ਵੀ ਮੈਨੂੰ ਥੱਲੇ ਤਾਊ ਦੱਸ ਰਹੇ ਸੀਗੇ, ਏਸੀ 'ਚ ਨਹੀਂ ਸੌਂਦੇ ਤੁਸੀਂ? नहीं मैं कूलर के नीचे सोता हूँ। अब भी मेरी 55 एज होगी, आज भी मैं कूलर या पंखे नीचे सोता हूँ, मैं एसी नीचे नहीं सोता। मैं एसी को पसंद ही नहीं करता। हाँ बच्चे हैं वो आजकल मान नहीं रहे, बच्चे तो आजकल दूसरा सिस्टम हो गया, लेकिन हम नहीं। सुबह डेली का घूमना फिरना, सादा रहना, सादा खाना, कोई सिस्टम नहीं। ਜਤਿੰਦਰ ਭਾਈ ਦੱਸਦੇ ਸੀ 2 ਕਿਲੋਮੀਟਰ ਦੂਰ ਆ, ਫਿਰ ਉੱਥੇ ਤੁਰ ਕੇ ਜਾਂਦੇ ਹੋਗੇ? पैदल पैदल पैदल। मैं एक दिन में करीब 10 किलोमीटर या 9 और 10 किलोमीटर डेली पैदल घूमता हूँ, डेली कंटिन्यू। ये मेरे फ़ोन के अंदर ऐप है, आप चेक कर सकते हो। ਨਹੀਂ, ਸਾਨੂੰ ਯਕੀਨ ਆ। मैं डेली घूमता हूँ इतना, ਅੱਛਾ, बिल्कुल डेली का मेरा ये है। ਸਟੈਪਸ अब आप देखो ना, अब भी आज का भी 9900 ਸਟੈਪਸ ਹੋ ਗਏ ਅੱਜ ਤੱਕ। ये और दिन का देखो ना। 12000 13000 सही है, 12000। मतलब मेरा ये डेली का है, कंटिन्यू का। ना कोई नशा, कोई नशा नहीं, खाली रोटी खाने का नशा है। घूमने फिरने का, रोटी खाने का और कोई सिस्टम नहीं। ਚਲੋ ਬਹੁਤ ਵਧੀਆ। ਤਾਂ ਮੈਂ ਇਹਨਾਂ ਨਾਲ ਚਲੋ ਇਹਨਾਂ ਦੀ ਸਿਫਤ ਵੀ ਕਰਨੀ ਸੀ, ਜਿਹੜੀ ਗੱਲ ਮੇਨ ਗੱਲ ਮੈਂ ਇਹ ਦੱਸਣੀ ਸੀ ਬਾਈ ਵੀ ਸਾਡੇ ਕੋਲੇ ਆਲਰੇਡੀ ਮਾਡਲ ਹੈਗੇ ਆ। ਕਿਸੇ ਕਾਨੂੰਨ ਦੀ, ਜਿਸ ਕਾਨੂੰਨ ਦੇ ਵਿੱਚ ਲੋਕਲ ਲੋਕਾਂ ਨੂੰ ਤਰਜੀਹ ਮਿਲੇ ਤੇ ਕਿਹਾ ਜਾਵੇ ਵੀ ਭਾਈ ਜਿਹੜਾ ਇੰਨੀ ਦੇਰ ਰਹੂਗਾ ਉਸੇ ਦੀ ਵੋਟ ਬਣੂਗੀ, ਇਹਦੀ ਮੰਗ ਕਰਨਾ ਨਾ ਤਾਂ ਇਲੀਗਲ ਹੈ। ਜੇ ਇਲੀਗਲ ਆ ਤਾਂ ਫਿਰ ਰਾਜਸਥਾਨ ਨੇ ਕਿਉਂ ਬਣਾਇਆ, ਉੱਤਰਾਖੰਡ ਨੇ ਕਿਉਂ ਬਣਾਇਆ, ਹਿਮਾਚਲ ਨੇ ਕਿਉਂ ਬਣਾਇਆ? ਜੇ ਇਲੀਗਲ ਆ ਤਾਂ। ਜੇ ਅਨੈਤਿਕ ਆ ਕੋਈ, ਜੇ ਮੈਨੂੰ ਐਂ ਵੀ ਕਹਿੰਦਾ ਨਾ ਇਹ ਅਨੈਤਿਕ ਆ, ਇਹਨੂੰ ਮੰਨਣਾ ਬਹੁਤ ਜ਼ਿਆਦਾ ਗਲਤ ਹੈ, ਤੇ ਫਿਰ ਵੀਰੇ ਇੱਥੇ ਲੋਕ ਕਿਵੇਂ ਆਰਾਮ ਨਾਲ ਰਹਿ ਰਹੇ ਆ ਸਾਰੇ? ਜੇ ਇੰਨਾ ਹੀ ਨੈਤਿਕ ਹੋਵੇ ਤਾਂ ਇਹ ਖਤਮ ਹੋ ਜੇ ਤਾਂ ਬਿਲਕੁਲ ਸਹੀ ਆ। ਇਹਦੀ ਮੰਗ ਕਰਨੀ ਇੱਕ ਐਸੇ ਕਾਨੂੰਨ ਦੀ ਕਿ ਯਾਰ ਲੋਕਲ ਲੋਕਾਂ ਨੂੰ ਤਰਜੀਹ ਮਿਲੇ, ਉਹਨਾਂ ਨੂੰ ਕੰਮ 'ਚ ਤਰਜੀਹ ਮਿਲੇ, ਤੇ ਜੇ ਕਿਸੇ ਨੇ ਆਉਣਾ ਵੀਰੇ ਉਹ ਕੰਮ ਕਰੇ ਆਪਦਾ, ਤੇ ਕੰਮ ਤੋਂ ਬਾਅਦ ਆਪਦਾ ਜਾ ਕੇ ਸੁਖੀ ਵਸੇ। ਹਾਂਜੀ बिल्कुल, काम करके अपना जाओ, सुख से बसो, हमें कोई दिक्कत नहीं। यहाँ जो बाहर का बंदा आ रहा है, काम कर रहा है, वो किराए पे रह रहा है, वो 2 साल में 6 महीने में अपने गांव भी जाता है, अपने वहाँ पे जो अपने परिवार को संभाल के फिर वापस आ जाता है, लेकिन अपनी वोटे वोटे सब कुछ उनके गांव में, यहाँ पे नहीं है। ਬਿਲਕੁਲ ਸਹੀ ਆ। ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ।